ਚੈਪਟਰ 6 ਦੀ ਬੈਕ ਐਕਸਰਸਾਈਜ਼ ਦੇ ਵਿੱਚ ਕੁਐਸਚਨ ਆਨਸਰਸ ਤੋਂ ਬਾਅਦ ਜਿਹੜਾ ਸੈਕਿੰਡ ਪਾਰਟ ਆ ਉਹ ਟਰੂ ਫਾਲਸ ਹੈਗਾ। ਠੀਕ ਹੈ, ਟਿਕ ਰਾਈਟ ਔਰ ਕ੍ਰੋਸ ਫॉर ਈਚ ਸਟੇਟਮੈਂਟ। ਇਹ ਤੁਸੀਂ ਚੈਪਟਰ ਸਾਰਾ ਸੁਣਿਆ ਹੋਏਗਾ ਜਿਹੜਾ ਮੈਂ ਵੀਡੀਓ ਭੇਜੀ ਸੀਗੀ ਤੁਹਾਨੂੰ YouTube 'ਤੇ। ਉਹਦੇ ਅਕੋਰਡਿੰਗ ਹੀ ਤੁਸੀਂ ਇਹ ਲਾਈਨਾਂ ਪੜ੍ਹਨੀਆਂ ਅਤੇ ਸਹੀ ਅਤੇ ਗਲਤ ਟਿਕ ਕਰ ਦੇਣਾ। ਠੀਕ ਹੈ, ਸਭ ਚੈਪਟਰ ਦੇ ਵਿੱਚੋਂ ਹੀ ਹੈ। ਉਸ ਤੋਂ ਬਾਅਦ ਆਉਂਦਾ ਵਾ ਸੈਕਿੰਡ ਨੰਬਰ 'ਤੇ ਟਿਕ ਕਰਨਾ ਹੈ ਆਪਸ਼ਨਸ, ਜਿਹੜਾ ਵੀ ਸਹੀ ਆਪਸ਼ਨ ਆ ਉਹਨੂੰ ਟਿਕ ਕਰਨਾ ਵਾ। ਇਹ ਵੀ ਸਾਰਾ ਚੈਪਟਰ ਦੇ ਵਿੱਚ ਹੀ ਹੈ। ਜਲਿਆਂਵਾਲਾ ਬਾਗ ਦਾ ਜਿਹੜਾ ਇੰਸੀਡੈਂਟ ਆ ਉਹ ਕਦੋਂ ਹੋਇਆ ਸੀ? 1919 'ਚ ਹੋਇਆ ਸੀ। ਜੇ ਤੁਸੀਂ ਚੈਪਟਰ ਧਿਆਨ ਨਾਲ ਪੜ੍ਹੇ ਤੁਹਾਨੂੰ ਸਾਰੇ ਆਨਸਰ ਆ ਜਾਣਗੇ। ਵੈਸੇ ਵੀ ਮੈਂ ਇੱਥੇ ਟਿਕ ਕੀਤੇ ਹੋਏ ਨੇ ਅਤੇ ਤੁਸੀਂ ਆਪਣੀ ਬੁੱਕ 'ਚ ਸਾਫ਼ ਸੁਥਰਾ ਇਹਨੂੰ ਟਿਕ ਕਰ ਲਓ। ਅਤੇ ਸਾਰਾ ਕੁਛ ਇੱਧਰ ਵੀ ਜੋ ਲਿਖਿਆ ਹੋਇਆ ਵੋਕੈਬੂਲਰੀ ਆ, ਐਂਟੋਨਿਮਸ ਯਾਨੀ ਆਪੋਜ਼ਿਟ ਵਰਡਸ। ਠੀਕ ਹੈ, ਉਲਟੇ ਸ਼ਬਦ, ਐਗਜ਼ਿਟ ਦਾ ਐਂਟਰੈਂਸ, ਲੀਡ ਦਾ ਫੋਲੋ, ਅਤੇ ਫੋਲੋ ਕਰਨਾ, ਲੀਡ ਕਰਨਾ ਬਈ ਕਿਸੇ ਨੂੰ ਅਗਵਾਈ ਕਰਨਾ ਕਿਸੇ ਦੀ ਲੀਡਰ ਵਾਂਗੂ, ਅਤੇ ਫੋਲੋ ਕਰਨਾ ਵੀ ਲੋਕਾਂ ਦੇ ਮਗਰ ਲੱਗਣਾ, ਕਿਸੇ ਦੇ ਮਗਰ ਲੱਗਣਾ। ਅਤੇ ਇੱਦਾਂ ਹੀ ਕਰਕੇ ਸਾਰਿਆਂ ਦੇ ਤੁਸੀਂ ਜਿਹਦਾ ਮਤਲਬ ਨਹੀਂ ਪਤਾ ਉਹ ਤੁਸੀਂ ਡਿਕਸ਼ਨਰੀ 'ਚੋਂ ਦੇਖ ਕੇ ਖੁਦ ਤੁਹਾਨੂੰ ਲੱਭ ਲੈਣੇ ਚਾਹੀਦੇ ਆ ਅਤੇ ਇਹਨੂੰ ਚੰਗੀ ਤਰ੍ਹਾਂ ਯਾਦ ਕਰਨਾ ਪੈਣਾ ਤੁਹਾਨੂੰ। ਉਸ ਤੋਂ ਬਾਅਦ ਆਉਂਦਾ ਨੈਕਸਟ, ਚੂਜ਼ ਦ ਕਰੈਕਟ ਵਰਡ ਟੂ ਫਿਲ ਇਨ ਈਚ ਬਲੈਂਕ। ਇਹਦੇ ਵਿੱਚ ਹੈਗਾ ਵਾ ਹੁਣ ਐਮਟੀ ਅਤੇ ਬਲੈਂਕ ਦੋਨਾਂ ਦਾ ਮਤਲਬ ਸੇਮ ਹੀ ਹੁੰਦਾ, ਲੇਕਿਨ ਇਹਨੂੰ ਯੂਜ਼ ਕਿੱਥੇ ਕਿੱਥੇ ਕਰ ਸਕਦੇ ਹਾਂ। ਵਿਦ ਅ ਬਲੈਂਕ ਫੇਸ ਸ਼ੀ ਸੈਡ ਮਾਈ ਪਰਸ ਇਜ਼ ਐਮਟੀ। ਹੁਣ ਪਰਸ ਨੂੰ ਆਪਾਂ ਬਲੈਂਕ ਨਹੀਂ ਕਹਿ ਸਕਦੇ, ਇਸ ਲਈ ਇੱਥੇ ਐਮਟੀ ਯੂਜ਼ ਕਰਾਂਗੇ। ਅਤੇ ਫੇਸ ਬਲੈਂਕ ਹੁੰਦਾ ਜਿੱਥੇ ਕੋਈ ਹਾਵ ਭਾਵ ਦਾ ਪਤਾ ਨਾ ਚੱਲ ਰਿਹਾ ਵੀ ਐਕਸਪ੍ਰੈਸ਼ਨ ਕੀ ਨੇ, ਬਲੈਂਕ ਫੇਸ। ਸਮੋਲ ਅਤੇ ਲਿਟਲ ਦੇ ਵਿੱਚ ਆ, ਲਿਟਲ ਚਿਲਡਰਨ ਹੈਵ ਸਮੋਲ ਹੈਂਡ। ਛੋਟੇ ਬੱਚਿਆਂ ਦੇ ਛੋਟੇ ਛੋਟੇ ਹੈਂਡਸ ਹੁੰਦੇ ਨੇ। ਠੀਕ ਹੈ, ਅਤੇ ਇੱਥੇ ਚਿਲਡਰਨ ਦੇ ਨਾਲ ਲਿਟਲ ਲੱਗੂਗਾ, ਹੈਂਡਸ ਸਮੋਲ। ਅਤੇ ਯੰਗ ਮੈਨ, ਮੈਨ ਦੇ ਨਾਲ ਹਮੇਸ਼ਾ ਹੈਂਡਸਮ ਲਗਾਈਦਾ, ਅਤੇ ਲੇਡੀ ਦੇ ਲਈ ਬਿਊਟੀਫੁਲ ਯੂਜ਼ ਕਰੀਦਾ ਹੁੰਦਾ। ਅਤੇ ਅੱਗੇ ਆ ਫੀਬਲ ਅਤੇ ਵੀਕ, ਦੋਨਾਂ ਦਾ ਮਤਲਬ ਹੁੰਦਾ ਕਮਜ਼ੋਰ। ਫੀਬਲ ਓਲਡ ਮੈਨ ਸਪੋਕ ਇਨ ਅ ਵੀਕ ਵੋਇਸ। ਫੀਬਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੁੱਕਿਆ ਜਿਹਾ, ਮਰੀਅਲ ਜਿਹਾ, ਠੀਕ ਹੈ, ਉਹ ਹੁੰਦਾ ਫੀਬਲ, ਅਤੇ ਉਹ ਇੱਕ ਕਮਜ਼ੋਰ ਜਿਹੀ ਆਵਾਜ਼ ਵਿੱਚ ਬੋਲਿਆ। ਪ੍ਰਿੰਸੀਪਲ ਅਤੇ ਪ੍ਰਿੰਸੀਪਲ ਦੋਨੋਂ ਬੋਲਣ 'ਚ ਸੇਮ ਨੇ ਵਰਡ, ਲੇਕਿਨ ਇਹਨਾਂ ਦੇ ਮਤਲਬ ਅਲੱਗ ਨੇ। ਸਾਡੇ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੇ ਆਫ ਆਵਰ ਸਕੂਲ ਇਜ਼ ਅ ਮੈਨ ਆਫ ਪ੍ਰਿੰਸੀਪਲ। ਹੁਣ ਇਹ ਵਾਲੇ ਪ੍ਰਿੰਸੀਪਲ ਦਾ ਮਤਲਬ ਹੈ ਅਸੂਲਾਂ ਵਾਲੇ ਬੰਦੇ ਹਨ, ਸਿਧਾਂਤਾਂ ਵਾਲੇ ਮੈਨ ਹਨ। ਯੂਨੀਅਨ ਅਤੇ ਯੂਨਿਟੀ, ਯੂ ਸ਼ੁੱਡ ਲਿਵ ਇਨ ਯੂਨਿਟੀ ਬਿਕੋਜ਼ ਯੂਨੀਅਨ ਇਜ਼ ਸਟਰੈਂਥ। ਸਾਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਵਾ, ਮਤਲਬ ਯੂ ਹੈਗਾ ਵਾ ਤੁਹਾਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਕਿਉਂਕਿ ਏਕਤਾ ਵਿੱਚ ਬਲ ਹੈ। ਟੌਲ ਅਤੇ ਹਾਈ, ਇਹਨਾਂ ਦੋਨਾਂ ਦਾ ਮਤਲਬ ਸੇਮ ਹੀ ਹੁੰਦਾ ਇੱਕ ਤਰ੍ਹਾਂ ਨਾਲ। ਟੌਲ ਲੰਬਾ ਅਤੇ ਹਾਈ ਉੱਚਾ। ਹੀ ਇਜ਼ ਅ ਟੌਲ ਮੈਨ, ਇੱਥੇ ਆਪਾਂ ਕਦੀ ਕੋਈ ਲੰਬਾ ਹੁੰਦਾ ਤਾਂ ਉਹਨੂੰ ਆਪਾਂ ਹਾਈ ਮੈਨ ਨਹੀਂ ਕਹਿੰਦੇ ਹੈਗੇ, ਆਪਾਂ ਉਹਨੂੰ ਟੌਲ ਕਹਿੰਦੇ ਹਾਂ, ਹੈ ਨਾ। ਅਤੇ ਉਸ ਮੈਨ ਦਾ ਰਾਊਂਡ ਫੇਸ ਹੈ ਅਤੇ ਹਾਈ ਫੋਰਹੈਡ ਹੈ, ਉੱਚਾ ਮੱਥਾ ਹੈਗਾ ਵਾ। ਹੁਣ ਇਹਦੇ ਵਿੱਚ ਆ ਗਿਆ ਤੁਹਾਨੂੰ ਕੰਪਲੀਟ ਈਚ ਸੈਂਟੈਂਸ ਵਿਦ ਦ ਕਰੈਕਟ ਫਾਰਮ ਆਫ ਵਰਬ ਆਫ ਦ ਗਿਵਨ ਵਰਬਸ। ਅਤੇ ਆ ਜਿਹੜਾ ਬਾਕਸ 'ਚ ਦਿੱਤੇ ਤੁਸੀਂ ਇੱਥੇ ਸੈੱਟ ਕਰਨੇ ਆ ਸਾਰੇ ਵਰਡਸ। ਹੀ ਇਜ਼ ਅ ਕਰਪਟ ਪਰਸਨ, ਆਈ ਵਿਲ ਹੈਵ ਹਿਮ ਅਰੈਸਟਡ। ਉਹ ਇੱਕ ਭ੍ਰਿਸ਼ਟ ਬੰਦਾ ਹੈ, ਕਰਪਟ ਬੰਦਾ ਹੈ, ਅਤੇ ਮੈਂ ਉਹਨੂੰ ਅਰੈਸਟ ਕਰਵਾਊਂਗਾ। ਡੋਂਟ ਵੀਅਰ ਦੀਜ਼ ਡਰਟੀ ਕਲੋਥਸ, ਇਹ ਗੰਦੇ ਕੱਪੜੇ ਨਾ ਪਾਓ। ਹੈਵ ਦੈਮ ਵਾਸ਼ਡ, ਠੀਕ ਹੈ, ਉਹਨਾਂ ਨੂੰ ਵਾਸ਼ਡ ਕਰਵਾ ਲਓ। ਵਾਸ਼ ਦੀ ਥਰਡ ਫਾਰਮ ਲਗਾ ਦਿੱਤੀ ਆਪਾਂ। ਅਤੇ ਵਨ ਆਫ ਮਾਈ ਫਰੰਟ ਟੀਥ ਇਜ਼ ਲੂਜ਼, ਮੇਰੇ ਅਗਲੇ ਵਾਲੇ ਦੰਦਾਂ 'ਚੋਂ ਇੱਕ ਲੂਜ਼ ਹੈਗਾ, ਹਿੱਲਦਾ। ਆਈ ਮਸਟ ਗੈਟ ਇਟ ਪੁੱਲਡ ਆਊਟ, ਪੁੱਲ ਦਾ ਮਤਲਬ ਹੁੰਦਾ ਖਿੱਚਣਾ, ਠੀਕ ਹੈ, ਪੁੱਲ ਆਊਟ ਹੈ। ਅਤੇ ਇਹਦੇ ਵਿੱਚ ਥਰਡ ਫਾਰਮ ਉਹਨਾਂ ਨੇ ਕਿਹਾ V3 ਲਗਾਓ। ਪੁੱਲ ਦੀ ਥਰਡ ਫਾਰਮ ਪੁੱਲਡ ਹੋ ਗਈ ਅਤੇ ਪੁੱਲਡ ਆਊਟ ਲਿਖ ਦਿੱਤਾ ਆਪਾਂ। ਮਾਈ ਹੇਅਰ ਹੈਜ਼ ਗਰੋਨ ਵੈਰੀ ਲੌਂਗ, ਮੇਰੇ ਵਾਲ ਬਹੁਤ ਲੰਬੇ ਹੋ ਗਏ ਨੇ। ਆਈ ਮਸਟ ਹੈਵ ਇਟ ਕੱਟ, ਮੈਨੂੰ ਇਹਨਾਂ ਨੂੰ ਕੱਟ ਕਰਾਉਣਾ ਚਾਹੀਦਾ। ਯੂਅਰ ਸ਼ੂਜ਼ ਆਰ ਵੈਰੀ ਡਰਟੀ, ਯੂ ਮਸਟ ਹੈਵ ਦੈਮ ਪੋਲਿਸ਼ਡ, ਤੁਹਾਡੇ ਸ਼ੂਜ਼ ਬਹੁਤ ਡਰਟੀ ਨੇ, ਤੁਹਾਨੂੰ ਇਹਨਾਂ ਨੂੰ ਪੋਲਿਸ਼ ਕਰਵਾ ਲੈਣਾ ਚਾਹੀਦਾ। ਮੀਸ਼ਾਜ਼ ਵਾਚ ਹੈਜ਼ ਸਟੋਪਡ, ਮੀਸ਼ਾ ਦੀ ਘੜੀ ਰੁਕ ਗਈ ਹੈ। ਸ਼ੀ ਵਾਂਟਸ ਟੂ ਹੈਵ ਇਟ ਮੈਂਡਡ, ਉਸਨੂੰ ਉਹ ਜਿਹੜੀ ਹੈਗੀ ਆ ਮੀਸ਼ਾ, ਉਹਨੂੰ ਠੀਕ ਕਰਵਾਉਣਾ ਚਾਹੁੰਦੀ ਹੈ ਘੜੀ ਨੂੰ। ਦ ਬੈਟਰੀ ਆਫ ਮਾਈ ਕਾਰ ਹੈਜ਼ ਰਨ ਡਾਊਨ, ਮੇਰੀ ਕਾਰ ਦੀ ਬੈਟਰੀ ਡਾਊਨ ਹੋ ਚੁੱਕੀ ਹੈ। ਆਈ ਮਸਟ ਗੈਟ ਇਟ ਰੀਚਾਰਜਡ। ਦੀਜ਼ ਵਿੰਡੋ ਪੇਨਸ ਆਰ ਬ੍ਰੋਕਨ, ਇਹ ਖਿੜਕੀਆਂ ਦੇ ਜਿਹੜੇ ਪੱਲੇ ਨੇ ਜਿਹਦੇ ਨਾਲ ਖਿੜਕੀ ਨੂੰ ਬੰਦ ਕਰਦੇ ਆ ਉਹ ਬ੍ਰੋਕਨ ਹੋ ਗਏ, ਟੁੱਟ ਗਏ ਨੇ। ਆਈ ਵਾਂਟ ਟੂ ਗੈਟ ਦੈਮ ਰਿਪੇਅਰਡ, ਮੈਂ ਉਹਨਾਂ ਨੂੰ ਰਿਪੇਅਰ ਕਰਾਉਣਾ ਚਾਹੁੰਦਾ ਹਾਂ। ਹੁਣ ਇੱਥੇ ਕੰਪਲੀਟ ਈਚ ਸੈਂਟੈਂਸ ਯੂਜ਼ਿੰਗ ਮੇਕ ਔਰ ਡੂ। ਮੇਕ ਅਤੇ ਡੂ ਦਾ ਇੱਕੋ ਹੀ ਮਤਲਬ ਹੁੰਦਾ, ਮਤਲਬ ਇੱਕੋ ਚੀਜ਼ ਲਈ ਯੂਜ਼ ਕੀਤੇ ਜਾਂਦੇ ਨੇ, ਅਤੇ ਇਹਨਾਂ ਲਈ ਕੋਈ ਖਾਸ ਰੂਲਸ ਨਹੀਂ ਹੈਗੇ। ਇਹ ਤੁਹਾਨੂੰ ਆਮ ਬੋਲ ਚਾਲ ਵਿੱਚ ਰੋਜ਼ ਬੋਲ ਕੇ ਯਾਦ ਰੱਖਣੇ ਪੈਂਦੇ ਆ ਕਿ ਕਿੱਥੇ ਕੀ ਲਗਾਉਣਾ।
ਆ ਸੋਲਜਰ ਮਸਟ ਡੂ ਹਿਜ਼ ਡਿਊਟੀ ਆਏਗਾ ਇੱਥੇ। ਆਪਾਂ ਇੱਥੇ ਮੇਕ ਹਿਜ਼ ਡਿਊਟੀ ਨਹੀਂ ਲਗਾਵਾਂਗੇ, ਇਹ ਤੁਹਾਨੂੰ ਯਾਦ ਹੀ ਰੱਖਣੇ ਪੈਂਦੇ ਨੇ। ਵਿਲ ਯੂ ਪਲੀਜ਼ ਡੂ ਮੀ ਅ ਫੇਵਰ, ਕਿ ਤੁਸੀਂ ਮੇਰੇ ਲਈ ਇੱਕ ਕੰਮ ਕਰੋਗੇ। ਡੂ ਨਾਟ ਫੋਰਗੈਟ ਟੂ ਡੂ ਯੋਰ ਹੋਮਵਰਕ, ਹੁਣ ਇੱਥੇ ਆਪਾਂ ਮੇਕ ਨਹੀਂ ਲਗਾ ਸਕਦੇ, ਠੀਕ ਹੈ। ਡੋਂਟ ਮੇਕ ਐਨੀ ਨੋਇਸ, ਤੁਸੀਂ ਕਦੀ ਇਹ ਨਹੀਂ ਸੁਣਿਆ ਹੋਏਗਾ ਡੋਂਟ ਡੂ ਐਨੀ ਨੋਇਸ, ਠੀਕ ਹੈ। ਇਹ ਆਸਾਨ ਹੀ ਹੈ ਬਹੁਤ, ਇਹ ਤੁਸੀਂ ਵਾਰੀ ਵਾਰੀ ਪੜ੍ਹ ਕੇ ਅਤੇ ਇਹਨੂੰ ਹਮੇਸ਼ਾ ਲਈ ਯਾਦ ਰੱਖਣਾ ਹੈ ਜੋ ਵੀ ਇੱਥੇ ਲਿਖਿਆ। ਹੁਣ ਇਹਨਾਂ ਨੇ ਇਹਦੇ ਵਿੱਚ ਕਿਹਾ ਹੈ ਰੀ ਰਾਈਟ ਈਚ ਸੈਂਟੈਂਸ ਵਿਦਾਊਟ ਫੋਰ ਔਰ ਟੂ, ਕਹਿੰਦੇ ਫੋਰ ਨੂੰ ਹਟਾ ਦਿਓ ਜਾਂ ਟੂ ਲਿਖਿਆ ਉਹਨੂੰ ਵੀ ਹਟਾ ਦਿਓ, ਸਾਰੇ ਹਟਾ ਕੇ ਫਿਰ ਉਹਦਾ ਨਵਾਂ ਸੈਂਟੈਂਸ ਬਣਾ ਕੇ ਲਿਖਣਾ ਹੈ ਅਤੇ ਸੈਂਟੈਂਸ ਦਾ ਮਤਲਬ ਨਾ ਚੇਂਜ ਹੋਵੇ, ਠੀਕ ਹੈ। ਇਸ ਹਿਸਾਬ ਨਾਲ ਸੈਂਟੈਂਸ ਲਿਖਣਾ। ਅਤੇ ਤੁਸੀਂ ਜਦੋਂ ਇੱਦਾਂ ਕਰਨਾ ਪਹਿਲਾਂ ਹੀ ਫੋਰ ਕੱਟ ਦਿਓ ਤਾਂ ਕਿ ਆਨਸਰ ਲਿਖਦੇ ਵੇਲੇ ਤੁਸੀਂ ਗਲਤੀ ਨਾਲ ਲਿਖ ਨਾ ਦੇਵੋ ਕਿਤੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਦੇਖਣਾ ਹੈ, ਸਭ ਤੋਂ ਪਹਿਲਾਂ ਵਰਬ ਦੇਖਣਾ ਕਿੱਥੇ ਹੈਗਾ, ਠੀਕ ਹੈ। ਜਿਵੇਂ ਇਹਦੇ ਵਿੱਚ ਕੁਕਡ ਹੈ ਵਰਬ, ਸ਼ੀ ਕੁਕਡ ਤੱਕ ਪਹਿਲਾਂ ਲਿਖ ਲੈਣਾ, ਠੀਕ ਹੈ। ਸ਼ੀ ਕੁਕਡ ਲਿਖ ਲਿਆ। ਉਸ ਤੋਂ ਬਾਅਦ ਜਿਹਦੇ ਲਈ ਪੂਰਾ ਸੈਂਟੈਂਸ ਦੇਖੋ ਪਹਿਲਾਂ, ਸ਼ੀ ਕੁਕਡ ਅ ਨਾਈਸ ਮੀਲ ਫੋਰ ਅਸ, ਉਸ ਨੇ ਪਕਾਇਆ ਬਹੁਤ ਅੱਛਾ ਖਾਣਾ ਸਾਡੇ ਲਈ। ਹੁਣ ਜਿਹਦੇ ਲਈ ਕੰਮ ਕੀਤਾ ਜਾ ਰਿਹਾ ਉਹ ਵਾਲਾ ਜਿਹੜਾ ਵਰਡ ਸ਼ੋ ਹੋ ਰਿਹਾ ਉਹ ਤੁਸੀਂ ਵਰਬ ਤੋਂ ਬਾਅਦ ਲਿਖੋਗੇ। ਪਹਿਲਾਂ ਸ਼ੀ ਕੁਕਡ, ਉਸ ਤੋਂ ਬਾਅਦ ਅਸ, ਉਸ ਤੋਂ ਬਾਅਦ ਫੋਰ ਤਾਂ ਲਿਖਣਾ ਹੀ ਨਹੀਂ, ਬਾਕੀ ਜੋ ਬਚ ਗਿਆ ਉਹ ਐਂਡ 'ਚ ਲਿਖ ਦੇਣਾ, ਬਸ ਬਣ ਗਿਆ ਸ਼ੀ ਕੁਕਡ ਅਸ ਅ ਨਾਈਸ ਮੀਲ, ਠੀਕ ਹੈ। ਇਹਨੂੰ ਇੱਦਾਂ ਆਪਾਂ ਬੋਲ ਸਕਦੇ ਹਾਂ ਇੰਗਲਿਸ਼। ਗਾਂਧੀ ਜੀ ਗੋਟ ਫਰੀਡਮ ਫੋਰ ਅਸ, ਅਤੇ ਇਹਦੇ ਵਿੱਚ ਤੁਸੀਂ ਕੀ ਲਿਖਣਾ ਹੁਣ, ਗਾਂਧੀ ਜੀ ਤੋਂ ਬਾਅਦ ਵਰਬ ਹੈ ਗੋਟ, ਠੀਕ ਹੈ। ਗਾਂਧੀ ਜੀ ਗੋਟ, ਪਹਿਲਾਂ ਇਹ ਤੁਸੀਂ ਸਿਲੈਕਟ ਕਰ ਲੈਣੇ ਆ। ਉਸ ਤੋਂ ਬਾਅਦ ਜਿਹਦੇ ਲਈ ਕੰਮ ਹੋਇਆ ਵਾ, ਜਿਹਨੂੰ ਫਰੀਡਮ ਮਿਲੀ ਹੈ ਉਹ ਕੌਣ ਹੈ, ਅਸ, ਠੀਕ ਹੈ। ਗੋਟ ਤੋਂ ਬਾਅਦ ਲਿਖ ਦੇਣਾ ਅਸ, ਉਸ ਤੋਂ ਬਾਅਦ ਜਿਹੜਾ ਬਚ ਗਿਆ ਬਾਕੀ ਫਰੀਡਮ, ਗਾਂਧੀ ਜੀ ਗੋਟ ਅਸ ਫਰੀਡਮ, ਗਾਂਧੀ ਜੀ ਨੇ ਸਾਨੂੰ ਆਜ਼ਾਦੀ ਦਿਵਾਈ, ਇਹ ਬਣ ਗਿਆ। ਉਸ ਤੋਂ ਬਾਅਦ ਪਲੀਜ਼ ਰੀਡ ਦਿਸ ਲੈਟਰ ਟੂ ਮੀ, ਹੈ ਨਾ, ਅਤੇ ਇਹਦੇ ਵਿੱਚ ਕੀ ਆਏਗਾ, ਪਲੀਜ਼ ਤੋਂ ਬਾਅਦ ਵਰਬ ਤੱਕ, ਰੀਡ ਵਰਬ ਆ, ਇਹ ਦੋ ਅੱਖਰ ਤੁਸੀਂ ਲਿਖਣੇ ਆ। ਉਸ ਤੋਂ ਬਾਅਦ ਜਿਹਦੇ ਲਈ ਕੰਮ ਹੋਇਆ ਵਾ ਲੈਟਰ ਕਿਹਨੂੰ ਪੜ੍ਹ ਕੇ ਸੁਣਾਏਗੀ, ਮੀ, ਮੀ ਆ ਜਾਊਗਾ। ਪਲੀਜ਼ ਰੀਡ ਮੀ, ਬਾਕੀ ਕੀ ਬਚ ਗਿਆ, ਦਿਸ ਲੈਟਰ, ਪਲੀਜ਼ ਰੀਡ ਮੀ ਦਿਸ ਲੈਟਰ, ਇਹਦਾ ਆਨਸਰ ਆ ਜਾਏਗਾ। ਇੱਦਾਂ ਹੀ ਅਗਲੇ ਵੀ ਤੁਸੀਂ ਪਹਿਲਾਂ ਹੀ ਐਵੇਂ ਕਰਕੇ ਲੈਂਟ ਤੱਕ, ਵਰਬ ਹੈਗਾ ਹੀ ਲੈਂਟ, ਉਸ ਤੋਂ ਬਾਅਦ ਹਿਜ਼ ਫਰੈਂਡ ਸਮ ਮਨੀ, ਫਸਟ ਸੈਕਿੰਡ ਥਰਡ ਨੰਬਰ 'ਤੇ ਆਹ, ਅਤੇ ਇੱਦਾਂ ਇਹ 2 ਅਤੇ 4 ਤੋਂ ਬਿਨਾਂ ਅਸੀਂ ਕਰਤੇ। ਇੱਥੇ ਪਹਿਲਾਂ ਹੀ ਕ੍ਰੋਸ ਮਾਰ ਲਿਆ ਕਿ ਇਹ ਆਪਾਂ ਨਹੀਂ ਲਿਖਣਾ ਆਨਸਰ ਦੇ ਵਿੱਚ। ਮਾਈ ਫਾਦਰ ਬੋਟ ਮੀ ਆ ਕੈਮਰਾ, ਹੀ ਫਾਊਂਡ, ਫਾਊਂਡ ਵਰਬ ਹੈ, ਉਸ ਤੋਂ ਬਾਅਦ ਨੈਕਸਟ ਵਾਲਾ ਨਹੀਂ ਲਿਖਣਾ, ਫਾਊਂਡ ਤੋਂ ਬਾਅਦ ਹਿਜ਼ ਸਨ, ਫਿਰ ਜਿਹੜਾ ਬਚ ਗਿਆ ਅ ਲਵਲੀ ਬ੍ਰਾਈਡ। ਮਾਈ ਮਦਰ ਮੇਡ ਮੀ ਅ ਬਰਥਡੇ ਕੇਕ। ਹੁਣ ਇਹਦੇ ਵਿੱਚ ਕੀ ਕਹਿ ਰਹੇ ਨੇ, ਉਲਟਾ ਕਰਨਾ ਵਾ, ਠੀਕ ਹੈ। ਪਹਿਲਾਂ ਕਹਿੰਦੇ ਸੀ 4 ਅਤੇ 2 ਹਟਾ ਦਿਓ, ਹੁਣ ਕਹਿੰਦੇ ਲਗਾ ਦਿਓ। ਅਤੇ ਇਹ ਕੀ ਚੀਜ਼ ਲਿਖੀ ਹੋਈ ਹੈ ਜਿਹੜੀ ਆਪਾਂ ਉੱਪਰ ਆਨਸਰ 'ਚ ਬਣਾਈ ਸੀ, ਉਹ ਉਹਨਾਂ ਨੇ ਲਿਖਿਆ ਹੋਇਆ ਆਈ ਮੇਡ ਤੋਂ ਬਾਅਦ ਦੈਮ ਲਿਖਿਆ ਅ ਕੱਪ ਆਫ ਟੀ, ਕਿ ਮੈਂ ਉਹਨਾਂ ਦੇ ਲਈ ਕੱਪ ਆਫ ਟੀ, ਇੱਕ ਚਾਹ ਦਾ ਕੱਪ ਬਣਾਇਆ। ਜਿਹਦੇ ਲਈ ਬਣਾਇਆ ਉਹਨੂੰ ਹੁਣ ਆਪਾਂ ਐਂਡ 'ਚ ਪਹੁੰਚਾ ਦਾਂਗੇ। ਪਹਿਲਾਂ ਇਹ ਐਂਡ 'ਚ ਲਿਖਿਆ ਹੋਇਆ ਸੀ ਨਾ ਇੱਥੇ, ਉਹਨੂੰ ਆਪਾਂ ਸੈਕਿੰਡ ਨੰਬਰ 'ਤੇ ਲੈ ਆਏ ਸੀਗੇ, ਅਤੇ ਹੁਣ ਆਪਾਂ ਜਿਹੜਾ ਜਿਹਦੇ ਲਈ ਕੰਮ ਹੋਇਆ ਉਹਨੂੰ ਐਂਡ 'ਚ ਲੈ ਜਾਣਾ ਅਤੇ ਉਸ ਤੋਂ ਪਹਿਲਾਂ 4 ਅਤੇ 2 ਲਗਾ ਦੇਣਾ, ਠੀਕ ਹੈ। ਆਈ ਮੇਡ, ਆਈ ਤੋਂ ਬਾਅਦ ਵਰਬ ਤਾਂ ਲਿਖਣਾ ਹੀ ਹੈ, ਸਬਜੈਕਟ ਤੋਂ ਬਾਅਦ ਵਰਬ ਲਿਖਣਾ ਆਈ ਮੇਡ, ਫਿਰ ਉਸ ਤੋਂ ਬਾਅਦ ਇਹਨੂੰ ਤਾਂ ਆਪਾਂ ਐਂਡ 'ਚ ਲਿਜਾਵਾਂਗੇ, ਇਸ ਲਈ ਬਾਕੀ ਦਾ ਬਚਿਆ ਹੋਇਆ ਆਪਾਂ ਪਹਿਲਾਂ ਲਿਖ ਲਾਂਗੇ ਆਈ ਮੇਡ ਅ ਕੱਪ ਆਫ ਟੀ, ਇਹ ਵਾਲਾ ਆ ਗਿਆ ਨਾ ਸੈਕਿੰਡ ਨੰਬਰ 'ਤੇ। ਉਸ ਤੋਂ ਬਾਅਦ ਜਿਹੜਾ ਦੈਮ ਹੈ ਇਹਨੂੰ ਐਂਡ 'ਚ ਲਿਜਾਣਾ 4 ਲਗਾ ਕੇ, ਫੋਰ ਦੈਮ। ਅਤੇ 4 ਅਤੇ 2 ਕਦੋਂ ਲਗਾਉਣਾ ਹੈ, ਇਹਦੇ ਲਈ ਤੁਹਾਨੂੰ ਉਹਨਾਂ ਦਾ ਮਤਲਬ ਪਤਾ ਹੋਣਾ ਬਹੁਤ ਜ਼ਰੂਰੀ ਹੈ। 4 ਦਾ ਮਤਲਬ ਹੁੰਦਾ ਦੇ ਲਈ, ਅਤੇ 2 ਦਾ ਮਤਲਬ ਹੁੰਦਾ ਨੂੰ, ਠੀਕ ਹੈ। ਮੈਂ ਉਹਨਾਂ ਦੇ ਲਈ ਚਾਹ ਦਾ ਕੱਪ ਬਣਾਇਆ, ਲਈ ਹੀ ਬਣਾਈ ਦਾ ਨਾ, ਉਹਨਾਂ ਨੂੰ ਤਾਂ ਨਹੀਂ ਕਹਿ ਦਾਂਗੇ, ਉਹਨਾਂ ਨੂੰ ਚਾਹ ਦਾ ਕੱਪ ਬਣਾਇਆ, ਅਤੇ ਲਈ ਦੇ ਲਈ ਆਪਾਂ ਇੱਥੇ 4 ਲਗਾ ਦਿੱਤਾ, ਫੋਰ ਦੈਮ। ਨੈਕਸਟ ਕੀ ਆ, ਆਈ ਗੋਟ ਹਿਮ ਅ ਗਲਾਸ ਆਫ ਮਿਲਕ, ਅਤੇ ਇਹਦੇ 'ਚ ਕੀ ਬਣੇਗਾ, ਆਈ ਗੋਟ ਅ ਗਲਾਸ ਆਫ ਮਿਲਕ, ਉਹਦੇ ਲਈ, ਫੋਰ ਹਿਮ, ਇੱਥੇ ਵੀ ਫੋਰ ਆ ਜਾਊਗਾ, ਮੈਂ ਉਹਦੇ ਲਈ ਦੁੱਧ ਦਾ ਕੱਪ ਲੈ ਕੇ ਆਈ। ਹੀ ਸੋਲਡ ਹਿਜ਼ ਓਲਡ ਕਾਰ ਟੂ ਹਿਜ਼ ਫਰੈਂਡ, ਠੀਕ ਹੈ। ਇੱਥੇ ਹੁਣ 2 ਆਊਗਾ, ਪਹਿਲਾਂ ਹੀ ਸੋਲਡ,
फिर सैकेंड नंबर ते हिज ओल्ड कार, ये सैकेंड नंबर ते चला जाऊगा, ये तो फर्स्ट ते रहना ही है वर्ब तक। ही सोल्ड हिज ओल्ड कार, उन्हें अपनी पुरानी कार वेच दी। किन्नू? अपने फ्रेंड नूं वेच दी। हुण इत्थे नूं आया ना, इसलिए इत्थे आपां टू हिज फ्रेंड करके इत्थे लगा देंगे टू हिज फ्रेंड फुल स्टॉप, ते आ पिछे चला जाऊगा सारा। आई हैव रिटन माई सिस्टर अ लेटर, आई हैव, ठीक है, आई हैव रिटन, रिटन तक वर्ब हैगा। आई हैव रिटन, मैं लिखी है, लिख चुकिया हाँ या लिख चुकी हाँ। की लिखिया मैं? एक लैटर लिखी है। किन्नू लिखी है? हुण नू वर्ड आ रहा ये, टू माई सिस्टर, ठीक है, ये एंड च चला जाऊगा इत्थे टू लग के। आई हैव रिटन अ लैटर टू माई सिस्टर, ठीक है, ये लिख लेना। मदर कुकड दैम डिलीशियस सपर, सपर हुंदा है खाना रात दा। मदर कुकड डिलीशियस सपर फॉर दैम, उन्हां दे लई खाना बनाया, लई आ गया ना, हुण इत्थे आपां फॉर लगा दांगे। टुडे द टीचर गेव अस नो होमवर्क, टुडे द टीचर गेव नो होमवर्क टू अस, एंड विच चला जाऊगा टू अस, सानू कोई काम नहीं दिता, सानू दे विच नू आ रहा ना हुण, इसलिए टू अस लग गया। ही पेड हिज ब्रदर अ लार्ज सम ऑफ मनी, ही पेड अ लार्ज सम ऑफ मनी टू हिज ब्रदर, उसने अपने भरा नू, ठीक है, अपने भरा नू आ गया ना, इसलिए हिज तो पहला आप लगावांगे टू, अपने भरा नू बहुत वड्डी रकम दिती, बहुत ज़्यादा सारे पैसे दिते।